ਇਹ ਜਿਹੜੀ ਸਿਰ ਤੇ ਪੱਗ ਹੈ ਇਹ ਅੱਜ ਮੈਂ ਉਤਾਰਨ ਲੱਗਿਆ ਤੇ ਇਹਦੀ ਜ਼ਿੰਮੇਵਾਰੀ ਤੁਹਾਡਾ ਫੇਕ ਢਾਂਚਾ ਹੈ ਕਿ ਮੇਰੀ ਪੱਗ ਵੇਖ ਕੇ ਕੋਈ ਮੈਨੂੰ ਸਮਝੇ ਕਿ ਬੜਾ ਨਿਤਨੇਮੀ ਹੋਊਗਾ, ਮੇਰੀ ਪੱਗ ਵੇਖ ਕੇ ਮੈਨੂੰ ਕੋਈ ਸਮਝੇ ਇਹ ਅੰਮ੍ਰਿਤਧਾਰੀ ਹੋਏਗਾ, ਮੇਰੀ ਪੱਗ ਵੇਖ ਕੇ ਸਮਝੇ ਇਹ ਖਾਲਿਸਤਾਨੀ ਹੋਊਗਾ, ਮੇਰੀ ਪੱਗ ਵੇਖ ਕੇ ਸਮਝੇ ਕਿ ਬੜਾ ਗਿਆਨੀ ਧਿਆਨੀ ਹੋਊਗਾ। ਮੈਂ ਨਹੀਂ ਬਣਨਾ। ਸੋ ਇਸ ਲਈ ਆਹ ਪੱਗ ਅੱਜ ਲਾਈ ਹੈ ਉਹਨਾਂ ਨੂੰ ਸਮਰਪਿਤ, ਉਹਨਾਂ ਦੀ ਸਿੱਖੀ ਜਥੇਦਾਰ ਨੂੰ ਸਮਰਪਿਤ, ਉਹਦੀ ਸਿੱਖੀ ਸੰਭੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ। ਸਿੱਖ ਪੰਥ ਦੀ ਮਹਾਨਤਾ ਤੋਂ ਸਾਰਾ ਜੱਗ ਜਾਣੂ ਹੈ। ਸਿੱਖ ਧਰਮ ਦਾ ਕਿੰਨਾ ਵੱਡਾ ਇਤਿਹਾਸ ਰਿਹਾ ਹੈ, ਕਿੰਨਾ ਵੱਡਾ ਕੁਰਬਾਨੀਆਂ ਦਾ ਇਤਿਹਾਸ ਰਿਹਾ ਹੈ, ਇਸ ਤੋਂ ਸਾਰੇ ਜਾਣੇ ਵਾਕਿਫ ਨੇ। ਪੂਰੀ ਦੁਨੀਆ ਨੂੰ ਪਤਾ ਹੈ ਕਿ ਸਿੱਖ ਧਰਮ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਜਿੱਥੇ ਪੂਰੀ ਦੁਨੀਆ ਦੇ ਵਿੱਚ ਸਿੱਖ ਧਰਮ ਦਾ ਮਿਆਰ ਬੜਾ ਉੱਚਾ ਕਾਇਮ ਹੋ ਚੁੱਕਿਆ ਤੇ ਇਸ ਮਿਆਰ ਨੂੰ ਦੇਖਦੇ ਹੋਏ ਵੱਖ-ਵੱਖ ਦੁਨੀਆ ਦੇ ਲੋਕਾਂ ਨੇ, ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਸਿੱਖ ਧਰਮ ਨੂੰ ਅਪਣਾਇਆ ਹੈ। ਉੱਥੇ ਹੀ ਇਹ ਕਹਿਣ ਵਿੱਚ ਬੜਾ ਹੀ ਅਫਸੋਸ ਹੁੰਦਾ ਹੈ ਜਦੋਂ ਸਿੱਖ ਧਰਮ ਦਾ ਕੋਈ ਪ੍ਰਚਾਰਕ ਸਿੱਖ ਧਰਮ ਦਾ ਕੈਮਰੇ ਦੇ ਉੱਪਰ ਅਪਮਾਨ ਕਰ ਦਿੰਦਾ ਹੈ। ਦੱਸਦੇ ਕਿ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਿੱਖ ਧਰਮ ਦਾ ਆਪਣੇ ਆਪ ਨੂੰ ਪ੍ਰਚਾਰਕ ਕਹਿਣ ਵਾਲੇ ਇੱਕ ਸ਼ਖਸ, ਜਿਸ ਦਾ ਨਾਮ ਸਤਵਿੰਦਰ ਸਿੰਘ ਅਨੂਪਗੜ੍ਹ ਹੈ, ਉਸ ਵੱਲੋਂ ਨਾ ਸਿਰਫ ਸਿੱਖ ਧਰਮ ਦੇ ਲਈ ਅਪਮਾਨਜਨਕ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ, ਸਗੋਂ ਸਿੱਖ ਧਰਮ ਦੀ ਵਿਰਾਸਤ, ਸਿੱਖ ਦੀ ਪਗੜੀ ਅਤੇ ਕੇਸ ਨੂੰ ਵੀ ਅਪਮਾਨਜਨਕ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਗਿਆ ਤੇ ਉਸ ਦਾ ਨਿਰਾਦਰ ਕੀਤਾ ਗਿਆ ਹੈ। ਦੱਸ ਦਈਏ ਕਿ ਵੀਡੀਓ ਦੇ ਵਿੱਚ ਲਾਈਵ ਹੋ ਕੇ ਸਤਵਿੰਦਰ ਸਿੰਘ ਅਨੂਪਗੜ੍ਹ, ਜੋ ਕਿ ਬੀਤੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਅਪਲੋਡ ਕਰ ਰਹੇ ਸਨ ਸਿੱਖ ਧਰਮ ਦੇ ਪ੍ਰਚਾਰ ਦੇ ਲਈ, ਉਹਨਾਂ ਵੱਲੋਂ ਸਿੱਖ ਧਰਮ ਦੇ ਲਈ ਭੱਦੀ ਸ਼ਬਦਾਵਲੀ ਦਾ, ਸਿੱਖ ਪੰਥ ਦੇ ਲਈ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਆਪਣੇ ਕੇਸਾਂ ਨੂੰ ਜੋ ਉਹਨਾਂ ਨੇ ਲਾਈਵ ਹੋ ਕੇ ਕੱਟ ਦਿੱਤਾ ਹੈ। ਸੋ ਕੀ ਹੈ ਪੂਰੀ ਘਟਨਾ, ਕੀ ਕਿਹਾ ਹੈ ਉਹਨਾਂ ਨੇ ਵੀਡੀਓ ਦੇ ਵਿੱਚ, ਆਓ ਤੁਹਾਨੂੰ ਦਿਖਾਉਂਦੇ ਆ ਇਹ ਸ਼ਰਮਨਾਕ ਵੀਡੀਓ। ਹਾਂਜੀ, ਕੀ ਹਾਲ ਨੇ ਜੀ ਸਾਰਿਆਂ ਦੇ। ਕਾਫੀ ਸਮਾਂ ਹੋ ਗਿਆ ਤੇ ਆਪਾਂ ਕਾਫੀ ਟਾਈਮ ਬਾਅਦ ਅੱਜ ਤੁਹਾਡੇ ਨਾਲ ਰੂਬਰੂ ਲਾਈਵ ਪ੍ਰੋਗਰਾਮ ਦੇ ਵਿੱਚ ਹੋ ਰਹੇ ਹਾਂ ਤੇ ਮੈਂ ਇਹਦਾ ਜਿਹੜਾ ਪੋਸਟਰ ਪਾਇਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਮੇਰਾ ਆਖਰੀ ਲਾਈਵ ਪ੍ਰੋਗਰਾਮ। ਉਹ ਕਿਉਂ ਲਿਖਿਆ ਸੀ, ਰੀਜ਼ਨ ਕੀ ਹੈ, ਇਹ ਅੱਗੇ ਜਾ ਕੇ ਗੱਲ ਆਪਾਂ ਕਰਾਂਗੇ। ਰੀਜ਼ਨ ਕੀ ਹੈ ਕਿਉਂ ਆਖਰੀ ਲਾਈਵ ਪ੍ਰੋਗਰਾਮ ਲਿਖਿਆ। ਪਰ ਅੱਜ ਜਿਹੜਾ ਮੇਰਾ ਗੱਲ ਕਰਨ ਦਾ ਮਕਸਦ ਹੈ ਉਹ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਸਿੱਖ ਖਵਾਉਂਦੇ ਹਾਂ, ਸਿੱਖ ਦਿਖਦੇ ਹਾਂ, ਫਖਰ ਮਹਿਸੂਸ ਕਰਦੇ ਹਾਂ ਵੀ ਅਸੀਂ ਸਿੱਖ ਹਾਂ। ਪਰ ਅੱਜ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਮੈਂ ਸ਼ਰਮ ਮਹਿਸੂਸ ਕਰਦਾ ਕਿ ਮੈਂ ਸਿੱਖ ਹਾਂ। ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਮੈਂ ਸਿੱਖ ਹਾਂ। ਇਸ ਲਈ ਇਹ ਪ੍ਰੋਗਰਾਮ ਮੈਂ ਇਸ ਲਈ ਕਰਨ ਲੱਗਿਆ ਕਿ ਮੈਂ ਅੱਜ ਤੋਂ ਬਾਅਦ ਸਿੱਖ ਨਹੀਂ ਹਾਂ। ਕਿਉਂ? ਹੁਣ ਇਹਦੇ ਕੁਝ ਰੀਜ਼ਨ ਸੀ, ਕੁਝ ਗੱਲਾਂ ਆਪਾਂ ਜਿਹੜੀਆਂ ਕਰਨੀਆਂ ਨੇ ਕਿ ਮੈਂ ਸਿੱਖ ਨਹੀਂ ਹਾਂ। ਨਾਨਕ ਪਾਤਸ਼ਾਹ ਨੇ ਜਿਹੜਾ ਰਾਹ ਦੱਸਿਆ ਜਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜਾ ਰਾਹ ਅਪਣਾਇਆ, ਜਿਹੜਾ ਰਸਤਾ ਨਾਨਕ ਪਾਤਸ਼ਾਹ ਦਾ, ਜਿਹੜਾ ਰਸਤਾ ਕਬੀਰ ਜੀ ਦਾ, ਜਿਹੜਾ ਰਸਤਾ ਨਾਮਦੇਵ ਜੀ ਦਾ, ਜਿਹੜਾ ਰਸਤਾ ਗੋਬਿੰਦ ਸਿੰਘ ਦਾ, ਉਹ ਰਸਤਾ ਜਿਹੜਾ ਉਹਨੂੰ ਜ਼ਿੰਦਗੀ ਦੇ ਵਿੱਚ ਹਰ ਇੱਕ ਜਗ੍ਹਾ 'ਤੇ, ਹਰ ਇੱਕ ਥਾਂ 'ਤੇ, ਕਿਸੇ ਵੀ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਹੋਵੇ, ਜਿਹੜਾ ਇਨਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਤਰੱਕੀ ਕਰ ਰਿਹਾ ਹੈ, ਉਸ ਰਸਤੇ 'ਤੇ ਚੱਲ ਰਿਹਾ ਹੈ। ਜਿਹੜੇ ਗੱਲ ਸਰਵ ਵਿਆਪੀ ਸ਼ਕਤੀ ਦੀ ਆਉਂਦੀ ਹੈ, ਜਿਹੜੀ ਗੱਲ ਸਾਰੇ ਪਾਸੇ ਵਸੇ ਹੋਏ ਲੋਕ ਉਹਨੂੰ ਕੋਈ ਪ੍ਰਮਾਤਮਾ, ਕੋਈ ਅੱਲਾ, ਕੋਈ ਗੌਡ, ਕੋਈ ਕਹਿੰਦੇ ਆ, ਜਿਹੜੀ ਇਹਦੇ ਬਾਰੇ ਫਿਲੋਸਫੀ ਨਾਨਕ ਦੀ, ਕਬੀਰ ਦੀ, ਰਵਿਦਾਸ ਦੀ, 35 ਗੁਰਮੁਖਾਂ ਦੀ, 35 ਪਿਆਰਿਆਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈਗੀ ਆ, ਉਹਦੇ ਵਿੱਚ ਜਿਹੜੀ ਫਿਲੋਸਫੀ ਦਿੱਤੀ ਗਈ, ਜਿਹੜਾ ਵਿਧਾਨ ਦਿੱਤਾ ਗਿਆ, ਉਹਦੇ ਤੋਂ ਕੋਈ ਵੀ ਇਨਸਾਨ ਮੁਨਕਰ ਨਹੀਂ ਹੋ ਸਕਦਾ। ਜਿਹੜਾ ਉਹਦੇ ਵਿੱਚ ਉਹ ਸਰਵ ਵਿਆਪੀ ਸ਼ਕਤੀ ਦੀ ਗੱਲ ਕੀਤੀ ਗਈ ਆ, ਉਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ।
ਇਸ ਲਈ ਉਹਦੇ ਤੋਂ ਮੁਨਕਰ ਮੈਂ ਵੀ ਨਹੀਂ ਹੋ ਸਕਦਾ, ਕਿਉਂਕਿ ਚਾਹ ਕੇ ਵੀ ਨਹੀਂ ਹੋ ਸਕਦਾ, ਕਿਉਂਕਿ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਹਰ ਥਾਂ ਤੇ ਵਸਦਾ ਹੈ, ਹਰ ਥਾਂ ਤੇ, ਹਰ ਵੇਲੇ, ਹਰ ਥਾਂ ਤੇ ਮੌਜੂਦ ਹੈ। ਤੂੰ ਸਭਨੀ ਥਾਈਂ ਜਿੱਥੇ ਹੋਂ ਜਾਈਂ, ਸਾਚਾ ਸਿਰਜਣਹਾਰ ਜੀ ਜਿਹਨੂੰ ਕਿਹਾ ਗਿਆ, ਉਹ ਹੈ ਲਾਅ ਆਫ ਨੇਚਰ, ਕੁਦਰਤੀ ਨਿਜ਼ਮ, ਜਿਹਦੇ ਤੋਂ ਸਕਦਾ। ਜਿਵੇਂ ਜਪਜੀ ਦੇ ਵਿੱਚ ਨਾਨਕ ਸਾਹਿਬ ਕਹਿੰਦੇ ਆ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਜਿਹੜੇ ਉਸ ਹੁਕਮ ਦੀ, ਉਸ ਲਾਅ ਦੀ ਗੱਲ ਕਰਦੇ ਆ, ਉਹਦੇ ਚੋਂ ਕੋਈ ਬਾਹਰ ਜਾ ਹੀ ਨਹੀਂ ਸਕਦਾ ਗਾ, ਜ਼ੋਰ ਲਾ ਕੇ ਵੀ ਨਹੀਂ ਜਾ ਸਕਦਾ। ਕੋਈ ਕਵੇ ਕਿ ਮੈਂ ਬਾਹਰ ਜਾਣਾ ਚਾਹੁੰਦਾ, ਨਹੀਂ ਜਾ ਸਕਦਾ, ਤੇ ਮੈਂ ਵੀ ਨਹੀਂ ਜਾ ਸਕਦਾ। ਜਿੰਨੇ ਬੰਦੇ ਸੁਣ ਰਹੇ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਲ ਆਵਾਜ਼ ਕਲੀਅਰ ਆ ਰਹੀ ਆ ਜਾਂ ਪ੍ਰੋਗਰਾਮ ਉਹਨਾਂ ਕੋਲ ਵੀਡੀਓ ਠੀਕ ਦਿਖ ਰਹੀ ਆ, ਤਾਂ ਕਮੈਂਟ ਦੇ ਵਿੱਚ ਦੱਸ ਦਿਓ ਕਿ ਤੁਹਾਨੂੰ ਠੀਕ ਦਿਖ ਰਿਹਾ। ਗੱਲ ਕਰ ਰਹੇ ਸੀ ਕਿ ਜਿਹੜਾ ਲਾਅ ਆਫ ਨੇਚਰ ਹੈ, ਉਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਇਸ ਕਰਕੇ ਨਾਨਕ ਦੇ ਸਿਧਾਂਤ ਤੋਂ ਕੋਈ ਮੁਨਕਰ, ਨਾਨਕ ਪਾਤਸ਼ਾਹ ਦੀ ਦੱਸੀ ਹੋਈ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਕੋਈ ਉਹਨੂੰ ਮੱਥਾ ਟੇਕਦਾ, ਭਲਾ ਨਹੀਂ ਟੇਕਦਾ ਗੁਰੂ ਗ੍ਰੰਥ ਸਾਹਿਬ ਨੂੰ। ਕੋਈ ਭਲਾ ਨਾਨਕ ਦਾ ਨਾਮ ਜਾਣਦਾ ਹੋਵੇ, ਭਲਾ ਨਾ ਜਾਣਦਾ ਹੋਵੇ, ਭਲਾ ਕੋਈ ਜਾਣਦਾ ਹੀ ਨਾ ਹੋਵੇ ਕੋਈ ਨਾਨਕ ਵੀ ਹੈ। ਬਹੁਤ ਮੁਲਕਾਂ ਦੇ ਲੋਕ ਜਾਣਦੇ ਨਹੀਂ ਕਿ ਨਾਨਕ ਕੌਣ ਹੈ, ਪਰ ਫਿਰ ਵੀ ਨਾਨਕ ਦਾ ਦੱਸਿਆ ਹੋਇਆ ਰਾਹ ਉਹਨਾਂ ਨੇ ਅਪਣਾਇਆ ਹੋਇਆ, ਇਸ ਲਈ ਉਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਅੱਜ ਗੱਲ ਕਰਨੀ ਹੈ ਜਿਹੜੀ ਸਿੱਖੀ ਸਾਨੂੰ ਦਿਖਾਈ ਗਈ ਹੈ, ਜਿਹੜੀ ਸਿੱਖੀ ਸਾਡੇ ਸਾਹਮਣੇ ਹੈ, ਉਹਦੇ ਤੋਂ ਮੈਂ ਮੁਨਕਰ ਹਾਂ। ਉਸ ਸਿੱਖੀ ਨੂੰ ਮੈਂ ਨਹੀਂ ਮੰਨਦਾ। ਉਹ ਕਿਹੜੀ ਸਿੱਖੀ ਆ ਜਿਹਦਾ ਇੱਕ ਆਗੂ, ਜਿਹੜਾ ਸਿੱਖ ਪੰਥ ਬਣਿਆ ਹੋਇਆ ਅਖੌਤੀ, ਉਹਦਾ ਇੱਕ ਆਗੂ ਆ ਜਿਹੜਾ ਜਥੇਦਾਰ ਅਖਵਾਉਂਦਾ ਅਕਾਲ ਤਖਤ ਦਾ। ਉਸ ਸਿਸਟਮ ਨੂੰ ਮੈਂ ਨਹੀਂ ਮੰਨਦਾ। ਜਿਹੜੀ ਅਕਾਲ ਤਖਤ ਦੀ ਮਰਿਆਦਾ ਸਿੱਖਾਂ ਦੇ ਸਿਰ ਥੋਪੀ ਗਈ ਆ, ਜਿਹਨੂੰ ਜਿਹੜੀ ਗੱਲ ਮਰਿਆਦਾ ਦੇ ਨਾਮ ਤੇ, ਚਾਹੇ ਉਹ ਅਕਾਲ ਤਖਤ ਦੀ ਮਰਿਆਦਾ ਹੋਵੇ, ਚਾਹੇ ਕਿਸੇ ਟਕਸਾਲ ਦੀ ਮਰਿਆਦਾ ਹੋਵੇ, ਕਿਸੇ ਬਾਬੇ ਦੀ, ਕਿਸੇ ਅਖੰਡ ਕੀਰਤਨੀ ਦੀ, ਕਿਸੇ ਨਿਹੰਗਾ ਸਿੰਘਾਂ ਦੀ, ਵੀ ਸਿੱਖੀ ਦੇ ਨਾਮ ਤੇ ਮਰਿਆਦਾਵਾਂ ਬਣੀਆਂ, ਮੈਂ ਇੱਕ ਨੂੰ ਵੀ ਨਹੀਂ ਮੰਨਦਾ, ਦੁਤਕਾਰਦਾ। ਹੁਣ ਉਹਨਾਂ ਮਰਿਆਦਾ ਦੇ ਵਿੱਚ ਸਿੱਖ ਕਿਹੋ ਜਿਹਾ ਬਣਾਇਆ ਗਿਆ, ਜਿਹੜਾ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਹੈ, ਫਿਰ ਗੁਟਕਾ ਲੈ ਕੇ ਬਾਣੀ ਪੜ੍ਹਦਾ ਹੈ, ਫਿਰ ਅਰਦਾਸ। ਗੱਲ ਇਹ ਬਣੀ ਕਿ ਇੱਕ ਨਾਨਕ ਮੱਤੇ ਗੁਰਦੁਆਰੇ ਦੇ ਕਮੇਟੀ ਨੂੰ ਬੁਲਾਇਆ ਗਿਆ, ਬੁਲਾ ਕੇ ਤੇ ਉੱਥੇ ਸਾਰੀ ਘਟਨਾਕ੍ਰਮ ਦਾ ਲੋਕਾਂ ਨੂੰ ਪਤਾ ਕਿ ਕੀ ਹੋਇਆ। ਜਿਵੇਂ ਵੱਡੇ ਦੁਸ਼ਮਣ ਹੋਣ ਤੇ ਉੱਥੇ ਇਹ ਗੱਲ ਗਈ ਕਿ ਉੱਥੇ ਤੁਹਾਡੇ ਮਰਿਆਦਾ ਭੰਗ ਕੀਤੀ ਗਈ, ਤੁਸੀਂ ਗ੍ਰੰਥ ਨੂੰ ਗੁਰੂ ਨਹੀਂ ਮੰਨਦਾ। ਜਿਹੜੇ ਗ੍ਰੰਥ ਕਰਨਾ, ਕਿਉਂਕਿ ਉਸੇ ਬਾਣੀ ਨੇ ਇੱਕ ਗੱਲ ਦੱਸੀ ਆ ਕਿ ਸ਼ਬਦ ਗੁਰੂ ਸੋ ਧੁਨ ਚੇਲਾ। ਸ਼ਬਦ ਦਾ ਮਤਲਬ ਹੈ ਗਿਆਨ ਹੈ। ਉਸ ਗਿਆਨ ਨੂੰ ਜਗਤ ਦਾ ਹਰ ਇੱਕ ਬੰਦਾ ਗੁਰੂ ਮੰਨ ਸਕਦਾ ਹੈ ਤੇ ਮੰਨੇਗਾ, ਪਰ ਇੱਕ ਗ੍ਰੰਥ ਗੁਰੂ ਨਹੀਂ। ਤੇ ਅੱਜ ਤਾਈਂ ਤੁਸੀਂ ਕਿਸੇ ਨੂੰ ਸਾਹ ਨਹੀਂ ਕੱਢਣ ਦਿੰਦੇ ਕਿ ਜੇ ਉਸ ਗ੍ਰੰਥ ਨੂੰ ਕੋਈ ਲਿਖੇ ਹੋਏ ਸ਼ਬਦ ਗੁਰੂ ਬਾਰੇ ਦੱਸਦੇ ਆ, ਗੁਰੂ ਦੀ ਗੱਲ ਨੂੰ ਦੱਸਦੇ ਹੈ, ਪਰ ਗੁਰੂ ਨਹੀਂ ਹੈ। ਗੁਰੂ ਉਹ ਹੈ ਜਿਹੜਾ ਹਰ ਜਗ੍ਹਾ ਤੇ, ਹਰ ਥਾਂ ਤੇ ਕੁਦਰਤ ਦੇ ਵਿੱਚੋਂ ਗਿਆਨ ਪ੍ਰਾਪਤ ਕਰਦਾ ਜਿਹੜਾ ਬੰਦਾ, ਉਹ ਕੁਦਰਤ ਦਾ ਸਿੱਖ ਹੈ। ਕੁਦਰਤ ਦਾ ਸਿੱਖ ਹਰ ਇੱਕ ਇਨਸਾਨ ਹੈ। ਉਹਦਾ ਕੋਈ ਪਹਿਰਾਵਾ ਹੋਵੇ, ਉਹਦਾ ਕੋਈ ਦੇਸ਼ ਹੋਵੇ, ਉਹਦਾ ਕੋਈ ਥਾਂ ਹੋਵੇ, ਉਹ ਉਹਦਾ ਸਿੱਖ ਹੈ। ਤੇ ਉਸ ਸਿੱਖ ਨੂੰ ਸਿੱਖ ਕਹਿਣ ਦੀ ਵੀ ਲੋੜ ਨਹੀਂ। ਹਰ ਇੱਕ ਬੰਦਾ ਉਹਨੂੰ ਇਹ ਕਹਾਉਣ ਦੀ ਲੋੜ ਨਹੀਂ। ਈਸਾਈ ਹੋਣ, ਯਹੂਦੀ ਹੋਣ, ਬੁੱਧੀ ਹੋਣ, ਮੁਸਲਮਾਨ ਹੋਣ, ਹਿੰਦੂ ਹੋਣ, ਉਹ ਕੁਦਰਤ ਦੇ ਸਾਰੇ ਸਿੱਖ ਹੈ, ਲੇਕਿਨ ਉਹਨਾਂ ਨੂੰ ਆਪਣੇ ਨਾਂ ਨਾਲ ਸਿੱਖ ਲਾਉਣ ਦੀ ਲੋੜ ਨਹੀਂ। ਤੇ ਇਸ ਲਈ ਮੈਨੂੰ ਆਪਣੇ ਨਾਮ ਨਾਲ ਵੀ ਸਿੱਖ ਲਾਉਣ ਦੀ ਲੋੜ ਨਹੀਂ। ਮੈਂ ਇਹਨਾਂ ਰਿਲੀਜੀਅਨ ਨੂੰ ਨਹੀਂ ਮੰਨਦਾ। ਮੈਂ ਨਹੀਂ ਮੰਨਦਾ ਕਿ ਨਾਨਕ ਨੇ ਕੋਈ ਧਰਮ ਚਲਾਇਆ ਸੀ। ਨਾਨਕ ਨੇ ਹਰ ਇੱਕ ਧਰਮ ਦਾ ਖੰਡਨ ਕੀਤਾ ਸੀ। ਨਾਨਕ ਨੇ ਜੇ ਐਸੇ ਸਿਸਟਮ ਨੂੰ ਮੈਂ ਨਹੀਂ ਮੰਨਦਾ ਕਿ ਗੁਰੂ ਗੋਬਿੰਦ ਸਿੰਘ ਨੇ ਕੋਈ ਇੱਦਾਂ ਦਾ ਅੰਮ੍ਰਿਤ ਛਕਾ ਕੇ ਕੋਈ ਸਿੱਖ ਬਣਾਇਆ ਹੋਊਗਾ। ਮੈਂ ਨਹੀਂ ਮੰਨਦਾ, ਕਿਉਂਕਿ ਉਹ ਕਹਾਣੀ ਸਾਰੀ ਥੋੜ੍ਹੀ ਸੂਰਜ ਪ੍ਰਕਾਸ਼ ਵਿੱਚ ਲਿਖੀ ਹੈ, ਉਸ ਗ੍ਰੰਥ ਵਿੱਚ ਲਿਖੀ ਹੈ ਜਿੱਥੇ ਮਾਈ ਭਾਗੋ ਨੂੰ ਨਗਨ ਕਿਹਾ ਹੈ।
ਉਸ ਮਰਿਆਦਾ ਵਿੱਚ ਲਿਖੀ ਹੈ ਜਿੱਥੇ ਮਾਈ ਭਾਗੋ ਨੂੰ ਨਗਨ ਕਹਿਤਾ। ਤੇ ਜਦੋਂ ਕਿਸੇ ਨੇ ਇਹ ਕਿਹਾ ਕਿ ਸੂਰਜ ਪ੍ਰਕਾਸ਼ ਵਿੱਚ ਗਲਤ ਲਿਖਿਆ ਹੈ, ਸੂਰਜ ਪ੍ਰਕਾਸ਼ ਵਿੱਚ ਇਹ ਗੱਲ ਗਲਤ ਲਿਖੀ ਹੈ ਕਿ ਉੱਥੇ ਮਾਈ ਭਾਗੋ ਨੂੰ ਨਗਨ ਕਿਹਾ ਹੈ, ਉੱਥੇ ਗੁਰੂ ਗੋਬਿੰਦ ਸਿੰਘ ਨੂੰ ਫੀਮ ਖਵਾਉਂਦੇ ਦੱਸਿਆ, ਫੀਮ ਖਾਂਦੇ ਦੱਸਿਆ, ਉੱਥੇ ਗੁਰੂ ਗੋਬਿੰਦ ਸਿੰਘ ਨੂੰ ਬੱਕਰੇ ਝਟਕਾਉਂਦੇ ਲਿਖਿਆ। ਤੇ ਜਦੋਂ ਉਹਨਾਂ ਨੇ ਤਾਂ ਰੌਲਾ ਪਾਇਆ, ਤੇ ਜਿਨ੍ਹਾਂ ਨੇ ਰੌਲਾ ਪਾਇਆ ਉਹਨਾਂ ਨੂੰ ਹੀ ਪੰਥ ਚੋਂ ਛੇਕਣ ਦੀਆਂ ਤਿਆਰੀਆਂ ਤੁਸੀਂ ਕੀਤੀਆਂ, ਉਹਨਾਂ ਨੂੰ ਹੀ ਮਰਿਆਦਾ ਸਮਝਾਈ ਹੈ। ਗ੍ਰੰਥ ਵਾਲੇ ਲੇਖਾਰੀ ਨੂੰ ਜਾਂ ਗ੍ਰੰਥ ਨੂੰ ਪੂਜਣ ਵਾਲਿਆਂ ਨੂੰ ਕਦੇ ਨਹੀਂ ਕਿਹਾ। ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਅਸੀਂ ਸਮਝੌਤੇ ਕਰਾਉਣੇ ਆ, ਅਸੀਂ ਰੌਲੇ ਨਿਬੇੜਦੇ ਹਾਂ, ਅਸੀਂ ਵਿਚਾਰਾਂ ਕਰਦੇ ਹਾਂ, ਨਾ ਤੁਹਾਡੇ ਤੋਂ ਮਰਿਆਦਾ ਦਾ ਮਸਲਾ ਅੱਜ ਤੱਕ ਹੱਲ ਹੋਇਆ। ਇੱਕ ਬੱਕਰਾ ਝਟਕਾ ਕੇ ਵੀ ਸਿੱਖ ਹੈ, ਇੱਕ ਦੇ ਬੱਕਰੇ ਬੋਟੀ ਮੂੰਹ 'ਚ ਪੈ ਜਾਏ ਕਿਸੇ ਦੇ ਮਾਸ ਦੀ ਤਾਂ ਉਹ ਵੀ ਪਤਿਤ ਹੋ ਜਾਂਦਾ ਹੈ। ਇੱਕ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਮੁੱਛਾਂ ਕੱਟ ਕੇ ਸ਼ੇਵ ਕਰਾ ਕੇ ਉਹ ਵੀ ਸਿੱਖ ਹੈ। ਤੇ ਇੱਕ ਜਸਵਿੰਦਰ ਗਿੱਲ ਜਿਹੜਾ ਤੁਹਾਡੇ ਸਾਹਮਣੇ ਖੜ ਜਾਂਦਾ, ਜੇ ਉਹਦਾ ਦਾੜਾ ਰੰਗਿਆ ਤੇ ਉਹ ਪਤਿਤ, ਉਹਨੂੰ ਤੁਸੀਂ ਤਨਖਾਹ ਲਾ ਦਿੱਤੀ ਹੈ। ਮੈਂ ਨਹੀਂ ਮੰਨਦਾ ਤੁਹਾਡੀ ਇਸ ਸਿਸਟਮ ਨੂੰ। ਇਹੋ ਜਿਹੇ ਸਿਸਟਮ ਨੂੰ ਮੈਂ ਨਕਾਰਦਾ, ਮੈਂ ਠੋਕਰ ਮਾਰਦਾ। ਇਸ ਲਈ ਮੈਨੂੰ ਕੋਈ ਲੋੜ ਨਹੀਂ ਇਹੋ ਜਿਹੇ ਸਿਸਟਮ ਦੀ। ਇਸ ਲਈ ਇਹਨਾਂ ਚੀਜ਼ਾਂ ਤੋਂ ਮੈਂ ਮੁਨਕਰ ਹਾਂ, ਮੁਨਕਰ ਰਹਾਂਗਾ। ਹੁਣ ਰਹੀ ਗੱਲ ਅੱਗੇ ਦੀ, ਤੁਸੀਂ ਕਿਹਾ ਕਿਰਪਾਨ ਪਾਓ, ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ। ਤੁਸੀਂ ਕਿਹਾ ਕੜਾ ਪਾਓ, ਕੰਘਾ ਪਾਓ। ਇੱਥੇ ਗੱਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਗਲਤੀ ਇੱਕ ਕਰੇ, ਗਲਤੀ 84 ਦੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਜ੍ਹਾ ਨਾਲ ਹੋਈ ਹੋਵੇ, ਫੌਜ ਉਹਨੇ ਇਕੱਠੀ ਕੀਤੀ ਹੋਵੇ, ਬੰਦੇ ਉਹਨੇ ਬਣਾਏ ਹੋਣ, ਹਥਿਆਰ ਉਹਨੇ ਚੁਕਾਏ ਹੋਣ, ਤੇ 84 ਤੋਂ ਬਾਅਦ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਨੂੰ 2 ਸਿੱਖਾਂ ਨੇ ਕਤਲ ਕੀਤਾ ਹੋਵੇ, ਜਿਨ੍ਹਾਂ ਦੇ ਪੱਗ ਬੰਨੀ ਹੋਵੇ, ਤੇ ਉਹਦਾ ਖਮਿਆਜਾ ਪੂਰੀ ਦਿੱਲੀ ਨੂੰ ਭੁਗਤਣਾ ਪਿਆ ਹੋਵੇ। ਕਿਉਂ? ਕਿਉਂਕਿ ਉਹਨਾਂ ਦੇ ਸਿਰ ਤੇ ਪੱਗਾਂ ਸੀ। ਪੱਗਾਂ ਵਾਲਿਆਂ ਦਾ ਕਸੂਰ ਸੀ, ਕਸੂਰ 2 ਜਣਿਆਂ ਦਾ ਹੋਊਗਾ, ਪਰ ਖਮਿਆਜਾ ਸਾਰੇ ਲੋਕਾਂ ਨੂੰ ਭੁਗਤਣਾ ਪਿਆ। ਉਹਨਾਂ ਨੂੰ ਜਿਨ੍ਹਾਂ ਦੇ ਸਿਰ ਤੇ ਪੱਗਾਂ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਕੜੇ ਪਾਏ ਹੋਏ ਸੀ। ਹਥਿਆਰ ਕੁਝ ਬੰਦਿਆਂ ਨੇ ਚੱਕੇ ਸੀ, ਤੇ ਸਾਰੇ ਪੰਜਾਬ ਨੇ ਲੱਖਾਂ ਦੇ ਗਿਣਤੀ ਦੇ ਵਿੱਚ ਨੌਜਵਾਨ ਮਾਰੇ ਗਏ ਕਿਉਂਕਿ ਉਹਨਾਂ ਦੇ ਸਿਰ ਤੇ ਪੱਗਾਂ ਸੀ। ਇਹ ਪੱਗਾਂ ਬੰਨ੍ਹਣ ਦਾ ਇਹ ਨਤੀਜਾ ਸਾਡੀ ਕੌਮ ਨੇ ਅੱਜ ਤੱਕ ਭੁਗਤਿਆ। ਨਾਨਕ ਪਾਤਸ਼ਾਹ ਨੇ ਗ੍ਰੰਥ ਸਾਹਿਬ ਦੇ ਵਿੱਚ, ਗ੍ਰੰਥ ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਉਹਦੇ ਵਿੱਚ ਕਿਤੇ ਵੀ ਇੱਕ ਵੀ ਪੰਕਤੀ ਦਿਖਾਓ ਜਿੱਥੇ ਕਿਹਾ ਹੋਵੇ ਆਹ ਮਰਿਆਦਾ ਹੈ ਤੂੰ ਗਾਤਰਾ ਪਾ ਕੇ ਰੱਖਣਾ ਹੈ, ਆਹ ਮਰਿਆਦਾ ਹੈ ਤੂੰ ਸਿਰ ਦੇ ਵਾਲ ਰੱਖਣੇ ਹੈ, ਆਹ ਮਰਿਆਦਾ ਤੂੰ ਪੱਗ ਬੰਨ੍ਹ ਕੇ ਰੱਖਣੀ ਹੈ। ਇੱਕ ਵੀ ਪੰਕਤੀ ਦਿਖਾਓ। ਗ੍ਰੰਥ ਨੂੰ ਗੁਰੂ ਕਹਿੰਦੇ ਹੋ, ਇਦੋਂ ਵੱਡਾ ਕੋਈ ਨਹੀਂ, ਪਰ ਉਦੋਂ ਬਾਅਦ ਮਰਿਆਦਾ ਕਿਹਦੇ ਨਾਮ ਤੇ ਥੋਪੀ ਗਈ? ਮੈਂ ਐਸੀ ਮਰਿਆਦਾਵਾਂ ਨੂੰ ਨਹੀਂ ਮੰਨਦਾ, ਮੈਨੂੰ ਲੋੜ ਨਹੀਂ ਐਸੀ ਮਰਿਆਦਾ ਦੀ। ਅੱਜ ਆਮ ਸਿੱਖ ਨੂੰ ਕੋਈ ਜਿਹਦੇ ਕੇਸ ਰੱਖੇ ਹੋਏ ਹੈ, ਉਹ ਕਿਤੇ ਵੀ ਖੜਾ ਹੋਵੇ ਬਾਜ਼ਾਰ ਦੇ ਵਿੱਚ, ਉਹਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪੈਂਦੀ ਹੈ। ਜੇ ਕਿਤੇ ਸਹਿ ਸੁਭਾਏ ਕਿਸੇ ਇਹੋ ਜਿਹੇ ਥਾਂ ਤੇ ਚਲੇ ਜਾਵੇ, ਉੱਥੇ ਲੋਕ ਕੌੜ ਕੇ ਵੇਖਦੇ ਆ, ਸਰਦਾਰ ਹੋ ਕੇ ਤੂੰ ਇਹ ਕਰ ਰਿਹਾ। ਨਿਹੰਗ ਸਿੰਘ ਬੱਕਰਾ ਝਟਕਾ ਕੇ ਫਖਰ ਮਹਿਸੂਸ ਕਰੀ ਜਾਂਦੇ ਆ, ਤੇ ਜੇ ਕੋਈ ਆਮ ਸਿੱਖ ਕਿਤੇ ਮੀਟ ਖਾਂਦਾ ਫੜਿਆ ਜਾਵੇ ਤਾਂ ਉਹਨੂੰ ਕੋਈ ਬੰਦੇ ਉਹ ਵੀ ਹੈ ਜਿਹੜੇ ਆ ਕੇ ਕਹਿੰਦੇ ਜਾਂ ਪਤਿਤ ਹੋ ਗਿਆ ਤੂੰ ਅਮਰ ਛਕ ਲਾ। ਇਹ ਜੀ ਸਿੱਖੀ ਦੀ ਲੋੜ ਨਹੀਂ, ਇਹ ਜਿਹੀਆਂ ਮਰਿਆਦਾਵਾਂ ਦੀ ਮੈਨੂੰ ਲੋੜ ਨਹੀਂ। ਵਿੱਚ ਇੱਕ ਕਾਲ ਆ ਗਈ ਸੀ, ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਮੈਨੂੰ ਕੋਈ ਵੀ ਬੰਦਾ ਵਿੱਚ ਕਾਲ ਨਾ ਕਰੇ। ਇਸ ਲਈ ਮੈਨੂੰ ਕੋਈ ਵੀ ਕਾਲ ਨਾ ਕਰੇ। ਆਪਣਾ ਵੀਡੀਓ ਖਤਮ ਹੋਣ ਤੋਂ ਬਾਅਦ ਕਾਲ ਕਰ ਲੇ, ਵਿੱਚੋਂ ਕਾਲ ਨਾ ਕੋਈ ਵੀ ਕਰੇ। ਇਸ ਲਈ ਮੈਂ ਕਹਿੰਦਾ ਕਿ ਮੈਂ ਐਸੇ ਸਿਸਟਮ ਨੂੰ ਨਹੀਂ ਮੰਨਦਾ, ਮੈਂ ਐਸੇ ਸਿਸਟਮ ਤੋਂ ਇਨਕਾਰੀ ਹਾਂ। ਮੈਨੂੰ ਇਹ ਜੀ ਸਿੱਖੀ ਦੀ ਲੋੜ ਨਹੀਂ। ਜਿਹੜੀ ਸਿੱਖਿਆ ਰੂਪੀ ਸਿੱਖੀ ਹੈ, ਸਿੱਖਿਆ ਗੁਰ ਵਿਚਾਰ, ਉਹਦੇ ਤੋਂ ਕੋਈ ਇਨਸਾਨ ਮੁਨਕਰ ਨਹੀਂ ਹੋ ਸਕਦਾ। ਉਹ ਪਿਆਰੀ ਹੈ, ਪਿਆਰੀ ਹੀ ਰਹੇਗੀ। ਪਰ ਮੈਂ ਐਸਾ ਨਹੀਂ ਦਿਖਣਾ ਚਾਹੁੰਦਾ। ਅੱਜ ਹੁਣ ਮੈਂ ਇਹ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਨੂੰ ਅੱਗੇ ਦੱਸਣ ਲੱਗਿਆ ਕਿ ਮੈਂ ਇਹ ਕਿਉਂ ਲਿਖਿਆ ਸੀ ਕਿ ਇਹ ਮੇਰਾ ਆਖਰੀ ਪ੍ਰੋਗਰਾਮ ਹੈ, ਆਖਰੀ ਲਾਈਵ ਹੈ। ਕਿਉਂਕਿ ਆਖਰੀ ਲਾਈਵ ਮੇਰਾ ਨਹੀਂ, ਆਖਰੀ ਲਾਈਵ ਆ ਤੁਹਾਡੇ ਸਾਹਮਣੇ ਪੱਗ ਬੰਨ੍ਹ ਕੇ ਬੈਠਾ ਹੋਇਆ ਜਿਹੜਾ ਸ਼ਖਸ ਤੁਹਾਨੂੰ ਦਿਖ ਰਿਹਾ, ਅੱਜ ਤੋਂ ਬਾਅਦ ਤੁਹਾਨੂੰ ਇਹਦੇ ਸਿਰ ਤੇ ਪੱਗ ਨਜ਼ਰ ਨਹੀਂ ਆਏਗੀ, ਇਹਦੇ ਸਿਰ ਦੇ ਤੁਹਾਨੂੰ ਕੇਸ ਨਜ਼ਰ ਨਹੀਂ ਆਉਣਗੇ। ਸਿੱਖੀ ਸਰੂਪ ਵਿੱਚ ਆਖਰੀ ਹੀ ਪ੍ਰੋਗਰਾਮ ਹੈ। ਇਸ ਲਈ ਮੈਂ ਇਹ ਸਿਸਟਮ ਤੋਂ ਇਨਕਾਰੀ ਹਾਂ। ਕਿਉਂ?
ਕਿਉਂਕਿ ਇਹ ਕੇਸਾਂ ਨਾਲ ਮੈਂ ਜਥੇਦਾਰ ਵਰਗਾ ਲੱਗਦਾ, ਇਹ ਕੇਸਾਂ ਨਾਲ ਮੈਂ ਉਹਨਾਂ ਵਰਗਾ ਲੱਗਦਾ ਹੈ ਜਦੋਂ ਮੈਨੂੰ ਕੋਈ ਵੇਖਦਾ ਹੈ ਕਿ ਹਾਂ ਜਿਹੜਾ ਬੱਕਰਾ ਝਟਕਾਉਂਦਾ ਤੂੰ ਉਸ ਵਰਗਾ ਹੈ। ਇਹ ਮੈਂ ਉਹਦੇ ਵਰਗਾ ਲੱਗਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਖੜ੍ਹ ਕੇ ਥਾਲੀਆਂ ਘਕਾ ਰਿਹਾ ਹੋਊਗਾ। ਮੈਨੂੰ ਇਹੋ ਜਿਹੇ ਸਿਸਟਮ ਦੀ ਲੋੜ ਨਹੀਂ ਹੈ। ਮੈਂ ਆਜ਼ਾਦ ਹਾਂ, ਮੈਂ ਇੱਕ ਆਮ ਇਨਸਾਨ ਹਾਂ ਅਤੇ ਮੈਂ ਆਮ ਇਨਸਾਨ ਬਣ ਕੇ ਰਹਾਂਗਾ। ਰਹੀ ਗੱਲ ਨਾਨਕ ਪਾਤਸ਼ਾਹ ਨੇ ਜਿਹੜੀ ਗੱਲ ਕਹੀ ਸੀਗੀ ਕਿ ਧਰਮ ਦੇ ਨਾਂ 'ਤੇ ਕਰਮ ਗਲਤ ਕਰਦੇ ਹੋ ਅਤੇ ਧਰਮ ਦਾ ਪਹਿਰਾਵਾ ਪਾ ਕੇ ਤੁਸੀਂ ਆਪਣੇ ਆਪ ਨੂੰ ਧਰਮੀ ਅਖਵਾ ਕੇ ਲੋਕਾਂ ਤੋਂ ਪੈਸਾ ਵੀ ਲੁੱਟਦੇ ਹੋ। ਸੋ ਐਸੋ ਜੇ ਸਿਸਟਮ ਦੀ, ਇਹੋ ਜਿਹੇ ਧਰਮ ਦੀ ਮੈਨੂੰ ਲੋੜ ਨਹੀਂ, ਕਿਉਂਕਿ ਕੋਈ ਫਰਕ ਨਹੀਂ। ਅੱਜ ਜਿੱਥੇ ਮਰਜ਼ੀ ਦੇਖ ਲਓ, ਤੁਸੀਂ ਜਗ੍ਹਾ ਬਦਲੀ ਆ, ਥੋੜ੍ਹੇ ਦਿਨਾਂ ਬਾਅਦ ਰੱਖੜੀਆਂ ਆਉਣੀਆਂ, ਸਾਡੇ ਮਿਸ਼ਨਰੀਆਂ ਨੇ ਲੱਗ ਜਾਣਾ ਉੱਥੇ ਕਥਾ ਕਰਨ ਵਾਸਤੇ, ਰੱਖੜੀ ਇਹ ਹੈ, ਰੱਖੜੀ ਇਹ ਹੈ, ਲੇਕਿਨ ਰੱਖੜੀ ਦੇ ਨਾਂ 'ਤੇ ਕੜੇ ਪਾਈ ਜਾਣੇ ਆ। ਉੱਥੇ ਕਹਿਣਾ ਭੈਣੇ ਕੜਾ ਪਾ ਦੇ ਅਤੇ ਕਿਰਪਾਨ ਦੇ। ਤੁਸੀਂ ਰੱਖੜੀ ਦੇ ਨਾਂ 'ਤੇ ਕੜਾ ਪਾ ਲਓਗੇ, ਤੁਸੀਂ ਦੀਵਾਲੀ ਦੇ ਨਾਂ 'ਤੇ ਲਾਓਗੇ, ਤੁਸੀਂ ਹੋਲੀ ਦੇ ਨਾਂ 'ਤੇ ਹੋਲਾ ਮਹੱਲਾ ਮਨਾ ਲਓਗੇ, ਤੁਸੀਂ ਅਖੰਡ ਪਾਠ ਵੇਦਾਂ ਦੇ ਪਾਠਾਂ ਦੀ ਥਾਂ 'ਤੇ ਗ੍ਰੰਥ ਦੇ ਪਾਠ ਕਰ ਲਓਗੇ, ਤੁਸੀਂ ਗਾਇਤਰੀ ਮੰਤਰ ਪੰਡਤ ਪੜ੍ਹਦੇ ਸੀ, ਤੁਸੀਂ ਜਪ ਜੀ ਦਾ ਪੜ੍ਹ ਲਓਗੇ। ਉਹਨਾਂ ਦੇ ਕੋਕ ਸ਼ਾਸਤਰ ਹੋਣਗੇ, ਤੁਸੀਂ ਦਸਮ ਗ੍ਰੰਥ ਪੜ੍ਹ ਲਓਗੇ। ਮੈਂ ਉਹਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਸਿੱਖੀ ਜਿਹੜੀ ਗ੍ਰੰਥ ਦੇ ਵਿੱਚ ਸਮਝਾਈ ਗਈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾ ਨਾ ਸਾਕੈ ਜਾਲੇ, ਉਹ ਸਿੱਖੀ ਜਿਹੜੀ ਹੈ, ਜਿਹੜਾ ਗਿਆਨ ਰੂਪੀ ਹੈ, ਉਦੋਂ ਕੋਈ ਮੁਨਕਰ ਹੋਣਾ ਨਹੀਂ ਚਾਹੁੰਦਾ ਕਰਕੇ ਉਹ ਸਿੱਖੀ ਨਹੀਂ ਜਾਣੀ। ਲੇਕਿਨ ਆ ਫੇਕ ਢਾਂਚਾ ਨਹੀਂ ਚਾਹੀਦਾ, ਉਹਦੇ ਲਈ ਦਿਖਾਵਾ ਨਹੀਂ ਚਾਹੀਦਾ, ਉਹਦੇ ਲਈ ਇਹੋ ਜਿਹੇ ਸਿਸਟਮ ਦੀ ਮੈਨੂੰ ਲੋੜ ਨਹੀਂ ਆ। ਸੋ ਇਸ ਲਈ ਮੈਂ ਉਸ ਸਿੱਖੀ ਤੋਂ ਪੂਰੇ ਹੋਸ਼ੋ ਹਵਾਸ ਦੇ ਵਿੱਚ ਆਪਣੇ ਆਪ ਖਾਰਜ ਕਰਦਾ। ਤਖਤਾਂ ਨੂੰ ਨਹੀਂ ਮੰਨਦਾ। ਸਾਡੇ ਪਾਤਸ਼ਾਹ ਨੇ ਇਤਿਹਾਸਕ ਸਥਾਨ ਬਣਾਏ ਸੀ, ਉਹ ਇਤਿਹਾਸਕ ਸਥਾਨ ਹੈਗੇ ਆ, ਤਖਤ ਨਹੀਂ। ਇੱਦਾਂ ਦਾ ਤਖਤ ਨਹੀਂ ਬਣਾਇਆ ਜਿਹੜਾ ਦੂਜਿਆਂ ਨੂੰ ਗੁਲਾਮ ਬਣਾਵੇ। ਗ੍ਰੰਥ ਲਿਖਿਆ ਸੀ। ਤੁਸੀਂ ਇੱਕ ਗੱਲ ਮੈਨੂੰ ਦੱਸੋ, ਜਵਾਬ ਦਿਓ। ਨਾਨਕ ਪਾਤਸ਼ਾਹ ਵੇਲੇ ਕੋਈ ਗ੍ਰੰਥ ਨਹੀਂ ਸੀ। ਗੁਰੂ ਅਰਜਨ ਸਾਹਿਬ ਨੇ ਇੱਕ ਗ੍ਰੰਥ ਲਿਖਿਆ। ਕਿਵੇਂ ਸਹਿਜ ਪਾਠ ਹੁੰਦੇ ਸੀ, ਸਹਿਜ ਪਾਠ ਦਾ ਵੀ ਢੋਂਗ, ਨਿਤਨੇਮ ਦਾ ਵੀ ਢੋਂਗ, ਇਹ ਢੋਂਗ ਨਹੀਂ ਚਾਹੀਦੇ। ਉਦੋਂ ਕੋਈ ਗ੍ਰੰਥ ਹੀ ਨਹੀਂ ਸੀ ਤਾਂ ਗੁਰਦੁਆਰਾ ਕਿੱਥੇ ਸੀ? ਉਦੋਂ ਕਿੱਥੇ ਗੋਲਕ ਹੁੰਦੀ ਸੀ? ਜਦੋਂ ਉਹਨਾਂ ਨੇ ਦਿੱਤਾ ਹੀ ਕੁਛ ਨਹੀਂ, ਤੁਸੀਂ ਕਿਉਂ ਦਿੱਤਾ? ਇਹ ਤੁਹਾਡਾ ਬਣਾਇਆ ਹੋਇਆ, ਤੁਹਾਡੇ ਵਰਗੇ ਚਲਾਕ ਪੁਜਾਰੀ ਦਾ ਬਣਾਇਆ ਹੋਇਆ। ਜਿੱਥੇ ਮੰਦਿਰ ਖੜਾ ਸੀ ਉੱਥੇ ਗੁਰਦੁਆਰਾ ਖੜਾ ਹੈ, ਜਿੱਥੇ ਮਸੀਤ ਸੀ ਉੱਥੇ ਗੁਰਦੁਆਰਾ ਖੜਾ ਹੈ। ਸੋ ਮੈਨੂੰ ਉਹ ਗੁਰਦੁਆਰੇ ਦੀ ਲੋੜ ਨਹੀਂ। ਜੇ ਕਿਤੇ ਸਿੱਖਿਆ ਕੇਂਦਰ ਕੇ ਸਕੂਲ ਯੂਨੀਵਰਸਿਟੀਆਂ ਬਣਾਈਆਂ ਹੁੰਦੀਆਂ, ਸਾਰੇ ਪੜ੍ਹਦੇ ਹੁੰਦੇ, ਕੋਈ ਇਨਕਾਰੀ ਨਹੀਂ ਹੈ। ਉਹਨਾਂ ਸਰਕਾਰਾਂ ਨੇ ਬਣਾ ਦਿੱਤੇ, ਉਹ ਪੜ੍ਹ ਰਹੇ ਆ ਸਾਰੇ ਬੱਚੇ। ਲੇਕਿਨ ਇਹਨਾਂ ਸਿਸਟਮਾਂ ਦੀ ਲੋੜ ਨਹੀਂ ਹੈ। ਗੁਰਬਾਣੀ ਦੇ ਪਾਠ ਰਟਣ ਦੀ ਲੋੜ ਨਹੀਂ। ਗੁਰਬਾਣੀ ਪੜ੍ਹ ਲਈ, ਸਾਨੂੰ ਗਿਆਨ ਹੋ ਗਿਆ, ਬਸ ਬਹੁਤ ਹੈ। ਜਦੋਂ ਵਾਰ-ਵਾਰ ਇੱਕੋ ਹੀ ਸ਼ਬਦ ਨੂੰ ਰਿਪੀਟ ਕਰਨਾ, ਸਾਡਾ ਸਮਾਂ ਬਰਬਾਦ ਹੁੰਦਾ ਹੈ। ਰਿਪੀਟੀਸ਼ਨ ਤੋਤਾ ਰਟਨ ਹੈ, ਤੋਤਾ ਰਟਨ ਹੈ। ਕਿਉਂਕਿ ਜਿੱਥੇ ਬੰਦੇ ਨੇ ਹੋਰ ਬਹੁਤ ਸਾਰਾ ਗਿਆਨ ਪੜ੍ਹ ਸਕਦਾ ਸੀ, ਉਹ ਪੜ੍ਹਨ ਦੀ ਜਗ੍ਹਾ 'ਤੇ ਤੁਸੀਂ ਉਹਦਾ ਸਾਰਾ ਸਮਾਂ ਇੱਕੋ ਹੀ ਸ਼ਬਦ ਨੂੰ ਪੜ੍ਹਨ 'ਤੇ ਬਰਬਾਦ ਕਰ ਦਿੱਤਾ, ਇੱਕੋ ਹੀ ਗ੍ਰੰਥ ਨੂੰ ਪੜ੍ਹਨ 'ਤੇ ਬਰਬਾਦ ਕੀਤਾ, ਇੱਕੋ ਹੀ ਪਾਠ ਕਰਨ 'ਤੇ ਬਰਬਾਦ ਕੀਤਾ। ਸੋ ਸਿਸਟਮ ਦੀ ਲੋੜ ਨਹੀਂ। ਅਤੇ ਰਹੀ ਗੱਲ ਸਿੱਖੀ ਦੇ ਸਰੂਪ ਵਾਲੀ, ਕਿਉਂਕਿ ਜਿੰਨਾ ਚਿਰ ਇਹ ਮੇਰੇ ਚਿਹਰੇ 'ਤੇ ਹੈ, ਉਹਨਾਂ ਚਿਰ ਮੈਨੂੰ ਸਾਰੇ ਤੁਹਾਡੇ ਵਰਗੇ ਹੀ ਸਮਝਦੇ ਆ। ਹਰ ਥਾਂ 'ਤੇ ਨੁਕਤਾਚੀਨੀ ਕੀਤੀ ਜਾਂਦੀ ਹੈ। ਗਲਤੀ ਕਿਸੇ ਦੀ ਹੁੰਦੀ, ਖਾਮਿਆਜਾ ਸਾਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ। ਅਸੀਂ ਉਸ ਸਿਸਟਮ ਦੇ ਵਿੱਚ ਨਹੀਂ ਹਾਂ। ਸੋ ਮੈਨੂੰ ਨਹੀਂ ਚਾਹੀਦਾ। ਇੱਕ ਗੱਲ ਹੋਰ ਕਹੀ ਜਾਣੀ ਹੈ ਇੱਥੇ, ਮੈਂ ਜਿਹੜੀ ਕਹਿ ਦਿਆਂ ਉਹ ਗੱਲ ਇਹ ਕਹੀ ਜਾਣੀ ਆ ਕਿ ਇਹ ਭਾਈ ਰਣਜੀਤ ਸਿੰਘ ਨਾਲ ਜੁੜਿਆ ਹੋਇਆ ਬੰਦਾ ਸੀ, ਢੱਡਰੀਆਂ ਵਾਲੇ ਨਾਲ ਜੁੜਿਆ ਹੋਇਆ ਬੰਦਾ ਸੀ। ਇੱਕ ਗੱਲ ਤਾਂ ਮੈਂ ਕਹਾਂ, ਨਾ ਤਾਂ ਭਾਈ ਰਣਜੀਤ ਸਿੰਘ ਦੇ ਕਿਸੇ ਸਕੂਲ ਵਿੱਚੋਂ ਮੈਂ ਪੜ੍ਹਿਆ, ਨਾ ਮੈਂ ਭਾਈ ਰਣਜੀਤ ਸਿੰਘ ਤੋਂ ਪੜ੍ਹਿਆ, ਨਾ ਮੈਂ ਉਹਨਾਂ ਦਾ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਮੁਲਾਜ਼ਮ, ਗ੍ਰੰਥੀ, ਰਾਗੀ ਰਿਹਾ। ਮੇਰਾ ਉਹਨਾਂ ਨਾਲ ਇੱਦਾਂ ਦਾ ਕੋਈ ਤਾਲੁਕ ਨਹੀਂ ਆ। ਮੇਰਾ ਉਹਨਾਂ ਨਾਲ ਸਿਰਫ ਇਹ ਪ੍ਰੇਮ ਸੀ ਅਤੇ ਹੈ ਕਿ ਉਹਨਾਂ ਨੇ ਤੁਹਾਡੇ ਨਾਲੋਂ, ਸਾਰਿਆਂ ਨਾਲੋਂ ਚੰਗੀਆਂ ਗੱਲਾਂ ਕੀਤੀਆਂ। ਇਸ ਲਈ ਮੈਨੂੰ ਲੱਗਦਾ ਸੀ ਕਿ ਮੈਂ ਉਹਨਾਂ ਦੀ ਸਪੋਰਟ ਕਰਦਾ ਅਤੇ ਮੈਂ ਉਹਨਾਂ ਦੇ ਪੱਖ 'ਚ ਬੋਲਦਾ ਸੀ। ਮੈਂ ਉਹਨਾਂ ਦੇ ਪੱਖ ਸਿਰਫ ਇਸ ਕਰਕੇ ਬੋਲਦਾ ਸੀ, ਜੇ ਮੈਨੂੰ ਜੋੜਨਾ ਹੈ ਤਾਂ ਮੈਂ ਪੜ੍ਹਿਆ ਸਿੱਖ ਮਿਸ਼ਨਰੀ ਕਾਲਜ, ਜਿਹੜਾ ਸ਼੍ਰੋਮਣੀ ਕਮੇਟੀ ਦਾ ਬੁੱਢਾ ਜੋੜਦਾ, ਉਹਦੇ ਨਾਲ ਜੋੜ ਲਿਓ। ਮੈਂ ਭਾਈ ਰਣਜੀਤ ਸਿੰਘ ਤੋਂ ਨਹੀਂ ਸਿੱਖਿਆ। ਜੇ ਮੈਂ ਕੁਝ ਸਿੱਖਿਆ ਤਾਂ
ਤਾਂ ਸ਼੍ਰੋਮਣੀ ਕਮੇਟੀ ਦੇ ਕਾਲਜ ਤੋਂ ਸਿੱਖਿਆ। ਜਿਹੜੀ ਗੱਲ ਮੈਂ ਅੱਜ ਕਰ ਰਿਹਾ ਇਹਦੇ ਖਿਲਾਫ ਭਾਈ ਰਣਜੀਤ ਸਿੰਘ ਵੀ ਹੋਣਗੇ, ਮੇਰੇ ਹੀ ਖਿਲਾਫ ਹੋਣਗੇ, ਕਿਉਂਕਿ ਉਹਨਾਂ ਨੇ ਅੱਜ ਤੱਕ ਕੇਸ ਰਖਾਏ ਆ, ਉਹਨਾਂ ਨੇ ਅੱਜ ਤੱਕ ਅੰਮ੍ਰਿਤ ਛਕਾਇਆ ਹੈ, ਉਹਨਾਂ ਨੇ ਤੁਹਾਡੇ ਵਰਗੇ ਸਿੱਖ ਤਿਆਰ ਕੀਤੇ ਆ ਤੇ ਕਰ ਰਹੇ ਆ। ਅੱਜ ਵੀ ਉਹਨਾਂ ਦੇ ਗੁਰਦੁਆਰੇ 'ਚ ਉਹੀ ਦਾ ਹੀ ਸਿਸਟਮ ਹੈ, ਪਰ ਮੈਂ ਉਹਦਾ ਹਿੱਸੇਦਾਰ ਨਹੀਂ ਆ। ਕਦਰ ਕਰਦਾ ਉਹਨਾਂ ਦੀ, ਕਿਉਂਕਿ ਜਿੰਨਾ ਸੱਚ ਉਹਨਾਂ ਨੇ ਬੋਲਿਆ ਤੁਸੀਂ ਨਹੀਂ ਬੋਲਿਆ। ਉਹਨਾਂ ਨੇ ਤੁਹਾਨੂੰ ਨੰਗੇ ਕੀਤਾ, ਕਿਸੇ ਹੋਰ ਨੇ ਨਹੀਂ ਕੀਤਾ, ਪਰ ਮੈਂ ਉਸ ਸਿਸਟਮ ਦਾ ਹਿੱਸਾ ਨਹੀਂ ਹਾਂ। ਮੈਂ ਉਸ ਸਿਸਟਮ ਤੋਂ ਪਾਸੇ ਰਹਿਣਾ। ਮੈਂ ਉਹਨਾਂ ਦਾ ਨਾ, ਉਹਨਾਂ ਦਾ ਮੇਰੇ ਨਾਲ ਕੋਈ ਕਿਸੇ ਤਰੀਕੇ ਦਾ ਤਾਲੁਕ ਹੈ। ਸਿਰਫ ਸੱਚ ਬੋਲਦੇ ਸੀ ਉਹ, ਇਸ ਕਰਕੇ ਉਹਨਾਂ ਦੀ ਮੈਂ ਸਪੋਰਟ ਕਰਦਾ ਸੀ। ਮੈਂ ਉਹਨਾਂ ਤੋਂ ਸਿੱਖਿਆ ਹੋਇਆ ਨਹੀਂ, ਨਾ ਉਹਨਾਂ ਦੇ ਕਹਿਣੇ ਤੇ ਅੱਜ ਤੱਕ ਮੈਂ ਕੋਈ ਕਦੇ ਵੀਡੀਓ ਬਣਾਈ ਹੈ। ਮੈਂ ਜਿੰਨੀ ਗੱਲ ਕੀਤੀ ਹੈ ਆਪਣੇ ਦਮ ਤੇ ਕੀਤੀ ਆ, ਤੇ ਅੱਜ ਵੀ ਜੋ ਕਰ ਰਿਹਾ ਮੈਂ ਆਪਣੇ ਦਮ ਤੇ ਕਰ ਰਿਹਾ। ਇਹਦੇ ਲਈ ਜ਼ਿੰਮੇਦਾਰ ਮੈਂ ਆ, ਕੋਈ ਢੱਡਰੀਆਂ ਵਾਲਾ ਜਾਂ ਕੋਈ ਹਰਨੇਕ ਸਿੰਘ ਨਹੀਂ ਆ। ਹਰਨੇਕ ਸਿੰਘ ਉਹ ਹੈ ਜਿਹਨੂੰ ਤੁਸੀਂ ਕੁੱਟ ਮਾਰ ਦਿੱਤਾ, ਡਾਕਟਰਾਂ ਨੇ ਉਹਦੇ ਕੇਸ ਕਤਲ ਕਰ ਦਿੱਤੇ, ਯਾਨੀ ਤੁਹਾਡੀ ਭਾਸ਼ਾ ਵਿੱਚ। ਲੇਕਿਨ ਹਰਨੇਕ ਸਿੰਘ ਨੇ ਫਿਰ ਕੇਸ ਰੱਖੇ ਹੋਏ ਆ, ਲੇਕਿਨ ਮੈਂ ਨਹੀਂ ਰੱਖਣੇ। ਮੈਂ ਨਹੀਂ ਰੱਖਣੇ, ਉਹਨਾਂ ਨੇ ਰੱਖੇ ਹੋਏ ਆ, ਇਸ ਲਈ ਉਹਨਾਂ ਨਾਲ ਮੇਰਾ ਕੋਈ ਤਾਲੁਕ ਨਹੀਂ ਹੈ। ਹਾਂ, ਉਹਨਾਂ ਨੇ ਜਿਹੜਾ ਸੱਚ ਬੋਲਿਆ, ਉਹਨਾਂ ਨੇ ਜਿਹੜੀ ਸੱਚ ਦੀ ਗੱਲ ਕੀਤੀ ਆ, ਉਹਨੂੰ ਇੱਕ ਵਾਰ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਸਿਰ ਝੁਕਾਉਣ ਨੂੰ ਦਿਲ ਕਰਦਾ, ਪਰ ਕੋਈ ਮੈਂ ਉਹਨਾਂ ਦਾ ਖਾਸ ਬੰਦਾ ਨਹੀਂ, ਮੈਂ ਕੋਈ ਉਹਨਾਂ ਦੇ ਨਾਲ ਇੱਦਾਂ ਜੁੜਿਆ ਹੋਇਆ ਨਹੀਂ ਹੈ। ਇਸ ਲਈ ਮੇਰੇ ਨਾਲ ਹੀ ਜ਼ਿੰਮੇਵਾਰੀ ਹੈ। ਮੈਂ ਕਿਸੇ ਨਾਲ ਨਹੀਂ ਖੜਾ। ਮੇਰੀ ਜ਼ਿੰਮੇਵਾਰੀ ਪਰਿਵਾਰ ਦੇ ਨਾਲ ਵੀ ਨਹੀਂ, ਮੇਰੀ ਜ਼ਿੰਮੇਵਾਰੀ ਸਿਰਫ ਮੈਂ ਹਾਂ, ਸਿਰਫ ਸਤਵਿੰਦਰ ਸਿੰਘ ਹੈ। ਅੱਜ ਤੋਂ ਬਾਅਦ ਡਾਕੂਮੈਂਟਸ ਦੇ ਵਿੱਚ ਮੇਰਾ ਨਾਂ ਜੋ ਮਰਜ਼ੀ ਹੋਵੇ, ਪਰ ਆਪਣੇ ਆਪ ਨਾਲ ਮੈਂ ਸਿੰਘ ਸ਼ਬਦ ਲਾ ਕੇ ਵੀ ਨਹੀਂ ਰਹਿਣਾ ਚਾਹੁੰਦਾ, ਕਿਉਂਕਿ ਸਿੰਘ ਲੱਗ। ਸੋ ਇਸ ਲਈ ਮੈਨੂੰ ਇਹੋ ਜਿਹੀ ਢੋਂਗ ਪਖੰਡ ਵਾਲੀ ਸਿੱਖੀ ਨਹੀਂ ਚਾਹੀਦੀ। ਸੋ ਜੁੜਦੇ ਹਾਂ। ਹਾਂਜੀ, ਮੈਂ ਇਹੀ ਗੱਲਾਂ ਕਹਿਣੀਆਂ ਸੀ ਕਿ ਮੇਰਾ ਕਿਸੇ ਨਾਲ ਕੋਈ ਸਬੰਧ ਨਹੀਂ ਆ, ਇਹਦੇ ਲਈ ਜ਼ਿੰਮੇਵਾਰ ਮੈਂ ਆ। ਤੇ ਜੇ ਫਿਰ ਵੀ ਕੋਈ ਕਿਸੇ ਨੂੰ ਹੋਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਤੇ ਇਹ ਜਿਹੜੀ ਸਿਰ ਤੇ ਪੱਗ ਹੈ ਇਹ ਅੱਜ ਮੈਂ ਉਤਾਰਨ ਲੱਗਿਆ, ਤੇ ਇਹਦੀ ਜ਼ਿੰਮੇਵਾਰੀ ਤੁਹਾਡਾ ਫੇਕ ਢਾਂਚਾ ਹੈ। ਮੈਨੂੰ ਪੱਗ ਮਾੜੀ ਨਹੀਂ ਲੱਗਦੀ, ਮੈਨੂੰ ਕੇਸ ਮਾੜੇ ਨਹੀਂ ਲੱਗਦੇ, ਪਰ ਜੇ ਮੈਂ ਕੇਸ ਰੱਖ ਕੇ ਪੱਗ ਰੱਖ ਕੇ ਤੁਹਾਡੇ ਵਰਗਾ ਬਣੂੰਗਾ, ਲੋਕ ਮੈਨੂੰ ਤੁਹਾਡੇ ਵਰਗਾ ਸਮਝਦੇ ਆ, ਤਾਂ ਮੈਂ ਨਹੀਂ ਤੁਹਾਡੇ ਵਰਗਾ ਬਣਨਾ। ਮੇਰਾ ਰਾਹ ਤੁਹਾਡੇ ਨਾਲ ਵੱਖਰਾ ਹੈ। ਜੇ ਮੇਰੀ ਸੋਚ ਵੱਖਰੀ ਹੈ ਤਾਂ ਮੇਰੀ ਦਿੱਖ ਵੀ ਤੁਹਾਡੇ ਨਾਲ ਦੀ ਨਹੀਂ। ਮੈਂ ਤੁਹਾਡੇ ਨਾਲ ਦਾ ਨਹੀਂ ਬਣਨਾ ਚਾਹੁੰਦਾ ਕਿ ਮੇਰੀ ਪੱਗ ਵੇਖ ਕੇ ਕੋਈ ਮੈਨੂੰ ਸਮਝੇ ਕਿ ਬੜਾ ਨਿਤਨੇਮੀ ਹੋਊਗਾ, ਮੇਰੀ ਪੱਗ ਵੇਖ ਕੇ ਮੈਨੂੰ ਕੋਈ ਸਮਝੇ ਇਹ ਅੰਮ੍ਰਿਤਧਾਰੀ ਹੋਏਗਾ, ਮੇਰੀ ਪੱਗ ਵੇਖ ਕੇ ਸਮਝੇ ਇਹ ਖਾਲਿਸਤਾਨੀ ਹੋਊਗਾ, ਮੇਰੀ ਪੱਗ ਵੇਖ ਕੇ ਸਮਝੇ ਕਿ ਬੜਾ ਗਿਆਨੀ ਧਿਆਨੀ ਹੋਊਗਾ। ਮੈਂ ਨਹੀਂ ਬਣਨਾ। ਸੋ ਇਸ ਲਈ ਆਹ ਪੱਗ ਅੱਜ ਲਾਈ ਹੈ, ਤੇ ਅੱਜ ਸਾਰੇ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਸਮਰਪਿਤ, ਉਹਨਾਂ ਦੀ ਸਿੱਖੀ ਜਥੇਦਾਰ ਨੂੰ ਸਮਰਪਿਤ, ਉਹਦੀ ਸਿੱਖੀ। ਇਹ ਸਿੱਖੀ ਤੁਸੀਂ ਆਪਦੀ ਸੰਭੋ। ਸੋ ਇੰਨੀਆਂ ਗੱਲਾਂ ਸੀ, ਜ਼ਿੰਮੇਵਾਰੀ ਮੇਰੀ, ਸਾਰਾ ਕੁਝ ਮੇਰਾ। ਆਖਰੀ ਵਾਰ ਇਹ ਲਾਈਵ ਪ੍ਰੋਗਰਾਮ ਇਸ ਲਈ ਸੀ ਕਿਉਂਕਿ ਸਿੱਖੀ ਸਰੂਪ ਵਿੱਚ ਲਾਸ਼ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੱਸ ਦਈਏ ਕਿ ਇਹ ਵੀਡੀਓ 19 ਤੋਂ 20 ਅਗਸਤ ਦੇ ਵਿਚਕਾਰ ਦੀ ਦੱਸੀ ਜਾ ਰਹੀ ਹੈ। ਸਤਵਿੰਦਰ ਸਿੰਘ ਅਨੂਪਗੜ੍ਹ ਜੋ ਕਿ ਕਦੇ ਤਰਕਾਂ ਨਾਲ ਗੱਲ ਕਰਦੇ ਸਨ, ਵੱਖ-ਵੱਖ ਪ੍ਰਚਾਰਕਾਂ ਤੇ ਸਵਾਲ ਵੀ ਚੱਕਦੇ ਸਨ ਤੇ ਖੁਦ ਵੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ, ਸਿੱਖ ਧਰਮ ਦੀਆਂ ਸਾਖੀਆਂ ਵੀ ਸਾਂਝੀਆਂ ਕਰਦੇ ਸਨ। ਉਹਨਾਂ ਵੱਲੋਂ ਲਾਈਵ ਹੋ ਕੇ ਆਪਣੇ ਕੇਸਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ। ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਖ ਧਰਮ ਦੀਆਂ ਜੋ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਕਰੜੀ ਠੇਸ ਪਹੁੰਚੀ ਹੈ। ਕੀ ਕਹਿਣਾ ਚਾਹੋਗੇ ਤੁਸੀਂ ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ? ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ। ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਸਾਰੀਆਂ ਅਪਡੇਟਸ ਦੇ ਲਈ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਵੌਇਸ ਆਫ ਪੰਜਾਬ ਟੀਵੀ।